बोले सोनिहार सत श्री अकाल। गुर नानक पाद पंकज बंदना, पाद पंकज बंदना। सिमरो अंगद दुख निकंदन। गुर अमरदास हृदय नित त्यावो, हृदय नित त्यावो। गुर रामदास गुण गावो, गुर अर्जन विघ्नन के नाशक, विघ्नन के नाशक। गुर हर गोबिंद सोब सोमत प्रकाशक। श्री हर राय नमो कर जोरी, नमो कर जोरी। श्री हरे कृष्ण मनाए बहोरी, गुर तेग बहादुर परम कृपाला, परम कृपाला। गुरु गोबिंद सिंह बेसाला, एक ओंकार सतगुरु तेह प्रसाद सच होए। वाहेगुरु जी की फतेह है, विघ्न विनाशन सोए। वाहेगुरु जी की फतेह है, विघ्न विनाशन सोए। वाहेगुरु जी का खालसा, वाहेगुरु जी की फतेह। परम सन्मानयोग हाजरा हजूर जहरा जहूर, वालिए कुल आलम मुजस्मा ए सबद, रहबर ए कुल कायनात राजान राज पानान पान। देवान देव उपमा महान, दसां गुरुआं दे रब्बी स्वरूप। धन धन साहिब श्री गुरु ग्रंथ साहिब जी महाराज, उन्हां दी पाक हजूरी अंदर जुड़ बैठी साध संगत जी। वडभागे हाँ जो संध्या दे दीवाना दे समय दिन दे चौथे पैर नूं मुख रखते हुए जो लड़ीवार कथा धन धन साहिब श्री गुरु तेग बहादुर जी महाराज उन्हां दे पाक अस्थान गुरुद्वारा श्री कोठा साहिब विखे
ਕੁਝ ਸਮਾਂ ਪਹਿਲਾਂ ਪ੍ਰਾਰੰਭ ਕੀਤੀ ਗਈ ਸੀ। ਵਡਭਾਗੇ ਹਾਂ ਜੋ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਆਪਣੇ ਨਿੱਜੀ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਨੂੰ ਭਰਦੇ ਹੋਏ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਦੇ ਹੇਮਾ ਵਾਕਾਂ ਅਨੁਸਾਰ ਆਪਣੇ ਮਨੁੱਖੀ ਜੀਵਨ ਨੂੰ ਸਫਲਾ ਕਰ ਰਹੇ ਹਾਂ। ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਫਰਮਾਨ ਅਨੁਸਾਰ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਨ ਧਰਤ ਲੁਕਾਈ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਦੇ ਪੀਰ ਜਾਹਰ ਹਾਜ਼ਰਾ ਹਜ਼ੂਰ ਜਿਨ੍ਹਾਂ ਦੀਆਂ ਸਾਧ ਸੰਗਤ ਜੀ ਆਪਾ ਕੀਤੀਆਂ ਹੋਈਆਂ ਚਾਰ ਉਦਾਸੀਆਂ ਉਹਨਾਂ ਦੀਆਂ ਜੋ ਕੀਤੀਆਂ ਹੋਈਆਂ ਚਾਰ ਉਦਾਸੀਆਂ ਦੇ ਸਮੇਂ ਤੇ ਅਸਥਾਨਾਂ ਦੀ ਯਾਤਰਾ ਉਹ ਸਾਰਾ ਸਾਧ ਸੰਗਤ ਜੀ ਇਤਿਹਾਸ ਸ਼ਾਮ ਦੇ ਦੀਵਾਨਾਂ ਦੇ ਸਮੇਂ ਸਰਵਣ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ ਦੇ ਅਨੁਸਾਰ ਜੋ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਜੀ ਦੀ ਆਸਾ ਦੇ ਅਨੁਸਾਰ ਟਾਪੂਆਂ ਦੀ ਜਿਹੜੀ ਯਾਤਰਾ ਉਹ ਕਰ ਰਹੇ ਨੇ। ਟਾਪੂਆਂ ਦੀ ਯਾਤਰਾ ਕਰਦੇ ਹੋਏ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੇ ਟਾਪੂ ਛਾਲ ਮਲੀ ਜੀ ਦਾ ਨਾਂ ਹੈ ਜਿਹੜਾ ਕਿ ਇੱਕ ਬ੍ਰਿਖ ਤੋਂ ਪਿਆ ਹੈ। ਉਸ ਟਾਪੂ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਨੇ ਉੱਥੋਂ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਸਤਿਨਾਮ ਦਾ ਉਪਦੇਸ਼ ਦ੍ਰਿੜ ਕਰਵਾ ਕਰਕੇ ਅੱਗੇ ਜਿਹੜਾ ਕੁਸ਼ਾ ਬੂਟ ਨਾਂ ਦਾ ਟਾਪੂ ਹੈ ਉਹਦੇ ਵਿੱਚ ਪਹੁੰਚੇ ਨੇ। ਉਸ ਅਸਥਾਨ ਤੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਹੁੰਚੇ ਨੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉੱਥੋਂ ਦੇ ਲੋਕਾਂ ਨੂੰ ਵੀ ਇਹ ਸਿੱਖਿਆ ਦਿੱਤੀ ਹੈ ਕਿ ਹਮੇਸ਼ਾ ਸਤਿਨਾਮ ਦਾ ਜਾਪ ਤੁਸੀਂ ਕਰਨਾ ਹੈ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਸੱਚੇ ਮਨੋਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਜਿਹਦੇ ਨਾਲ ਤੁਹਾਡੇ ਸਾਰੇ ਜਿਹੜੇ ਦੁੱਖ ਨੇ ਉਹ ਤਾਂ ਦੂਰ ਹੋਣਗੇ ਪਰ ਪ੍ਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਵੇਗੀ ਤੁਹਾਨੂੰ ਲੋਕ ਅਤੇ ਪਰਲੋਕ ਦਾ ਸੁੱਖ ਪ੍ਰਾਪਤ ਹੋਵੇਗਾ। ਹੁਣ ਉਹਨਾਂ ਦੋਵਾਂ ਟਾਪੂਆਂ ਦੇ ਲੋਕਾਂ ਨੂੰ ਸਮਝਾਉਂਦੇ ਹੋਏ ਸਿੱਖਿਆ ਦ੍ਰਿੜ ਕਰਵਾਉਂਦੇ ਹੋਏ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਘਿਓ ਦਾ ਸਮੁੰਦਰ ਪਾਰ ਕਰਦੇ ਹੋਏ ਇੱਕ ਵਿਸ਼ਾਲ ਨਗਰ ਦੇ ਵਿੱਚ ਪਹੁੰਚੇ ਨੇ। ਉਸ ਨਗਰ ਦੇ ਵਿੱਚ ਪਹੁੰਚ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬਾਂ ਦੇ ਉੱਪਰ ਕਿਵੇਂ ਦਇਆ ਕਰ ਰਹੇ ਨੇ। ਆਓ ਸਾਧ ਸੰਗਤ ਜੀ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿਤ ਨਿਮਰਤਾ ਦੇ ਘਰ ਦੇ ਵਿੱਚ ਆਈਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ ਰਸਨਾ ਨੂੰ ਕਰੀਏ ਪਵਿੱਤਰ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਰੋਚ ਨਾਮ ਤੇ ਦੀਪ ਕੋ ਨਰ ਸੁੰਦਰ ਸਮੁਦਾਇ ਸੁਖ ਬਿਲਾਸ ਭੋਗਹਿ ਕਨੋ ਰਹੇ ਬਿਛੇ ਲਪਟਾਏ ਕਰੋਚ ਨਾਮ ਤੇ ਦੀਪ ਕੋ ਨਰ ਸੁੰਦਰ ਸਮੁਦਾਇ ਜਿਹੜੇ ਨਗਰ ਦੇ ਵਿੱਚ ਜਗਤ ਦੇ ਮਾਲਕ ਪ੍ਰਤੱਖ ਹਰੀ ਦਾ ਸਵਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ। ਸਾਧ ਸੰਗਤ ਜੀ ਉਸ ਨਗਰ ਦੇ ਵਿੱਚ ਇੱਕ ਕਰੌਂਚ ਨਾਂ ਦਾ ਟਾਪੂ ਹੈ
ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਜਾ ਕਰਕੇ ਬੈਠੇ ਨੇ, ਉਸ ਕਰੌਂਚ ਨਾਂ ਦੇ ਟਾਪੂ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਾ ਕਰਕੇ ਟਿਕਾਣਾ ਕੀਤਾ ਹੈ, ਤਾਂ ਕੀ ਦੇਖਿਆ ਕਿ ਇਥੋਂ ਦੇ ਲੋਕ ਨੇ ਜਿਹੜੇ ਬੜੇ ਆਨੰਦਿਤ ਦਿਖਾਈ ਦੇ ਰਹੇ ਨੇ, ਬੜੇ ਸੁੰਦਰ ਨੇ ਇਥੋਂ ਦੇ ਲੋਕ, ਤੇ ਆਨੰਦ ਦੇ ਨਾਲ ਸਾਧ ਸੰਗਤ ਜੀ ਇੱਕ ਦੂਜੇ ਦੇ ਨਾਲ ਰਸਾਂ ਦੇ ਵਿੱਚ ਖਚਿਤ ਹੋਏ ਆਪੋ ਆਪਣੀਆਂ ਵਾਸ਼ਨਾਵਾਂ ਦੇ ਅਧੀਨ ਹੋ ਕਰ ਬਹੁਤ ਸਾਰੇ ਸੁੱਖ ਜਿਹੜੇ ਉਹ ਭੋਗ ਰਹੇ ਹਨ। ਸੁਖ ਬਿਲਾਸ ਭੋਗਹਿ ਕਣੋ ਰਹੇ ਵਿਸ਼ੇਲ ਪਟਾਏ। ਬਹੁਤਿਆਂ ਸੁੱਖਾਂ ਦੇ ਕਾਰਨ ਪਰਮਾਤਮਾ ਦਾ ਨਾਮ ਉਹਨਾਂ ਲੋਕਾਂ ਤੋਂ ਵਿਸਰਿਆ ਹੋਇਆ ਹੈ, ਤੇ ਜਦੋਂ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਵਿਛੜਿਆ ਹੋਇਆ ਹੈ, ਤੇ ਕਵੀ ਜੀ ਕਹਿ ਰਹੇ ਨੇ ਕਿ ਉਹਨਾਂ ਦੇ ਕੋਲ ਸੁੱਖ ਵੀ ਹੈ, ਆਨੰਦ ਵੀ ਉਹ ਦਿਖਾਈ ਦੇ ਰਹੇ ਨੇ, ਪਰ ਉਹਨਾਂ ਦਾ ਜਿਹੜਾ ਮਨ ਹੈ ਉਹ ਵਿਸ਼ਿਆ ਵਿਕਾਰਾਂ ਦੇ ਵਿੱਚ ਖਚਿਤ ਹੋਇਆ ਹੈ। ਖਚਿਤ ਵੀ ਕਾਹਦੇ ਕਾਰਨ ਹੋਇਆ? ਕਿਉਂਕਿ ਉਹਨਾਂ ਦੇ ਕੋਲ ਮਾਇਆ ਦੇ ਜਿਹੜੇ ਸੁੱਖ ਨੇ ਉਹ ਘਨੇਰੇ ਹਨ। ਚੌਪਈ श्री गुर को जब ही नर देखा, टिग आए धर भाव विशेखा। ते जदों गुरु नानक देव जी महाराज उस करौंच नां दे टापू दे विच जा करके बैठे ने, जगत दे मालक धन गुरु नानक देव जी महाराज जी ने जदों उत्थे भाई मरदाना ते भाई बाला जी दे नाल ਟਿਕਾਣਾ ਕਰਨਾ ਕੀਤਾ, ਤੇ ਜਦੋਂ ਸਾਧ ਸੰਗਤ ਜੀ ਕਰੌਂਚ ਨਾਮ ਦੇ ਜਿਹੜੇ ਲੋਕ ਨੇ, ਜਿਹੜੇ ਉਸ ਟਾਪੂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਜਦੋਂ ਪਤਾ ਲੱਗਾ ਏ ਕਿ ਪੂਰਨ ਹਰੀ ਦਾ ਰੂਪ ਸਾਡੇ ਇਸ ਟਾਪੂ ਦੇ ਵਿੱਚ ਆ ਕਰਕੇ ਬੈਠੇ ਨੇ, ਸਾਰੇ ਉਸ ਟਾਪੂ ਦੇ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਏ ਹਨ। बंदन करहि बैन समीपा, सुन काय सुध आयो अवनीपा। सारिया लोकां ने सारियां तो पहला गुरु नानक देव जी महाराज जी दे अगे प्रणाम कीती है, ते प्रणाम करन तो बाद साध संगत जी जदों जस सुनिया है गुरु नानक देव जी महाराज जी दा, ਤੇ ਉਸ ਕਰੌਂਚ ਨਾਮ ਦਾ ਜਿਹੜਾ ਟਾਪੂ ਹੈ, ਜਿਹੜਾ ਉਸ ਟਾਪੂ ਤੇ ਰਾਜਾ ਰਾਜ ਕਰਦਾ ਸੀ, ਉਹ ਰਾਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਸ ਸੁਣ ਕਰਕੇ ਉਸ ਅਸਥਾਨ ਤੇ ਆਇਆ ਹੈ। ਧਰ ਕੈ ਸ਼ਰਦਾ ਦਰਸ਼ਨ ਕਰਹੀ, ਆਤਮ ਮਹਿਮਾ ਕੇ ਬਚਨ ਉਚਰਹੀ। ਬੜੀ ਭਾਵਨਾ ਧਾਰੀ ਹੈ, ਬਹੁਤ ਜ਼ਿਆਦੀ ਨਿਮਰਤਾ ਦੇ ਵਿੱਚ ਉਹ ਰਾਜਾ ਆਇਆ ਹੈ, ਤੇ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪ੍ਰਣਾਮ ਕੀਤੀ ਹੈ। ਤੇ ਪ੍ਰਣਾਮ ਕਰਨ ਤੋਂ ਬਾਅਦ ਸਾਧ ਸੰਗਤ ਜੀ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਸਾਂਝੇ ਕੀਤੇ ਹਨ। ਦੇਨੇ ਹੇਤ ਸੁਮਤ ਤੈਨ ਤਾਈ, मृदुल बचन बोले जग साई। जदों गुरु नानक देव जी महाराज ਉਹਨਾਂ ਨੇ ਇਸ ਟਾਪੂ ਦੇ ਵਿੱਚ ਰਹਿੰਦੇ ਹੋਏ ਲੋਕਾਂ ਦੀ ਹਾਲਤ ਦੇਖੀ ਹੈ ਕਿ ਇਹਨਾਂ ਦੇ ਕੋਲ ਤਾਂ ਚੰਗਾ ਸੁੱਖ ਵੀ ਹੈ, ਚੰਗਾ ਆਨੰਦ ਵੀ ਹੈ, ਚੰਗੀ ਧਨ ਦੌਲਤ ਹੈ, ਪਰ ਜਿਹੜੀ ਅਸਲੀ ਇਹਨਾਂ ਦੇ ਕੋਲ ਅਮਾਨਤ ਉਹ ਨਹੀਂ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਹ ਸਾਰਾ ਹਾਲ ਤੱਕਿਆ ਹੈ, ਉਸ ਟਾਪੂ ਦਾ ਰਾਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਆਇਆ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਰਾਜੇ ਦੀ ਹਾਲਾਤ ਨੂੰ ਦੇਖਦੇ ਹੋਏ, ਉਸ ਰਾਜੇ ਦੀ ਜਿਹੜੀ ਸਾਧ ਸੰਗਤ ਦੀ ਭਾਵਨਾ ਹੈ ਉਹਨੂੰ ਦੇਖਦੇ ਹੋਏ, ਚੰਗੇ ਜਿਹੜੀ ਸਿੱਖਿਆ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਰਾਜੇ ਨੂੰ ਦਿੱਤੀ ਹੈ। ਬਲੀ ਕਾਲ ਭਗਵਾਨ ਅਪਾਰਾ, ਪਖਤ ਹੈ ਸਗਰੋ ਸੰਸਾਰਾ। ਤੇ ਕਹਿਣ ਲੱਗੇ ਨੇ ਕਿ हे ਰਾਜਨ,
ਸਾਡੀ ਗੱਲ ਇੱਕ ਮੰਨਣਾ ਕਰ ਕਿ ਜਿਹੜੀ ਮ੍ਰਿਤੂ ਹੈ ਨਾ, ਮ੍ਰਿਤੂ ਇਹ ਬਹੁਤ ਜ਼ਿਆਦੀ ਬਲਵਾਨ ਹੈ, ਇਹਦੇ ਵਿੱਚ ਬਹੁਤ ਜ਼ਿਆਦੀ ਸ਼ਕਤੀ ਹੈ ਤੇ ਬਹੁਤੀ ਕਲਾਵਾਨ ਹੈ, ਤੇ ਇਹ ਸਾਰਿਆਂ ਨੂੰ ਖਾਣ ਵਾਲੀ, ਭਾਵ ਕਿ ਸਾਰਿਆਂ ਨੂੰ ਆਪਣੀ ਚਪੇਟ ਦੇ ਵਿੱਚ ਲੈਣ ਵਾਲੀ ਹੈ। ਸੁਰ ਬ੍ਰਹਮਾਦਿ ਗਤੀ ਹੈ ਜੇਤੇ, ਪੰਗ ਮਾਨਵ ਦਾਨਵ ਕੀਤੇ। ਤੇ ਜਿੰਨੇ ਵੀ ਦੇਵਤੇ ਬ੍ਰਹਮਾ ਤੋਂ ਲੈ ਕਰਕੇ ਸਾਰੇ ਜਿੰਨੇ ਵੀ ਦੈਤ, ਸਾਰੇ ਜਿੰਨੇ ਵੀ ਦੇਵਤੇ ਹੋਏ ਨੇ, ਜਾਂ ਜਿੰਨੇ ਵੀ ਜੀਵ ਜੰਤੂ ਇਸ ਸੰਸਾਰ ਤੇ ਹੋਏ ਨੇ, ਸਾਰਿਆਂ ਨੂੰ ਇਸ ਦੀ ਚਪੇਟ ਦੇ ਵਿੱਚ ਆਉਣਾ ਪੈਂਦਾ ਹੈ। ਆਪਰ ਸਮਰੱਥ ਸਰਬ ਵਿਦ ਜੋ, ਤੇਹ ਕੇ ਆਗੇ ਛੁਟੈ ਨ ਕੋ। ਭਾਵੇਂ ਕਿ ਹਰੇਕ ਕੋਈ ਮਨੁੱਖ ਦੇ ਕੋਲ ਬਲ ਹੋਵੇ, ਸ਼ਕਤੀਆਂ ਵੀ ਹੋਣ, ਪਰ ਕੋਈ ਵੀ ਜਿਹੜਾ ਮਨੁੱਖ ਹੈ, ਭਾਵੇਂ ਬਲਵਾਨ ਹੋਵੇ, ਭਾਵੇਂ ਉਹਦੇ ਕੋਲ ਕਿੰਨੀ ਵੀ ਤਾਕਤ ਹੋਵੇ, ਉਹ ਵੀ ਇਸ ਮ੍ਰਿਤੂ ਦੇ ਜਾਲ ਦੇ ਵਿੱਚੋਂ ਨਹੀਂ ਛੁੱਟ ਸਕਦਾ। ਜਿਉ ਦਾਨੇ ਕੋ ਚਾਬਤ ਚਾਕੀ, ਤਿਉ ਨ ਬਚੈ ਕੋ ਅਗਾਰੀ ਵਾਕੀ। ਤੇ ਜਿਵੇਂ ਚੱਕੀ ਦੇ ਵਿੱਚ ਦਾਏ ਪਾਏ ਹੋਣ, ਤੇ ਜਿਵੇਂ ਚੱਕੀ ਨੂੰ ਸਾਧ ਸੰਗਤ ਜੀ ਘੁਮਾਇਆ ਜਾਵੇ, ਤੇ ਉਹਨਾਂ ਸਾਰੇ ਦਾਨਿਆਂ ਦਾ ਜਦੋਂ ਪੀਸਿਆ ਜਾਂਦਾ ਹੈ ਤੇ ਆਟਾ ਬਣਦਾ ਹੈ ਨਾ, ਐਵੇਂ ਕਵੀ ਜੀ ਦੱਸ ਰਹੇ ਨੇ ਕਿ ਜਦੋਂ ਇਹ ਮ੍ਰਿਤੂ ਕਿਸੇ ਤੇ ਆਉਂਦੀ ਹੈ ਨਾ, ਤੇ ਕਿਸੇ ਦਾ ਵੀ ਵਸ ਇਹਦੇ ਗਾੜੀ ਨਹੀਂ ਚੱਲਦਾ, ਕੋਈ ਵੀ ਇਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਵਾਰ ਜਿਹੜਾ ਉਹ ਨਹੀਂ ਕਰ ਸਕਦਾ। ਭੈ ਕਰ ਸ਼ਰਨ ਗਹੋ ਤੁਮ ਤਾਕੀ, ਸਮਤਾ ਕਰ ਨ ਸਕੈ ਕੋ ਜਾਕੀ। ਇਸ ਕਰਕੇ ਕਰਨਾ ਕੀ ਹੈ, ਉਸ ਮ੍ਰਿਤੂ ਤੋਂ ਤੁਸੀਂ ਡਰ ਨਾ ਕਰੋ, ਤੇ ਡਰ ਦੇ ਕਾਰਨ ਜਿਹੜੀ ਪਰਮਾਤਮਾ ਦੀ ਸ਼ਰਨ ਹੈ, ਉਹਦੇ ਵਿੱਚ ਪੈ ਕਰਕੇ ਪਰਮਾਤਮਾ ਦਾ ਨਾਮ ਤੁਸੀਂ ਜਪਨਾ ਕਰੋ। ਜਿਉ ਕੀਲੀ ਡਿਗ ਰਹੇ ਜੁਦਾਨੋ, ਉਬਰੇ ਸੋ ਉਰ ਲਿਓ ਪਛਾਨੋ। ਤੇ ਜਿਹੜੇ ਦਾਣੇ ਚੱਕੀ ਦੇ ਨਾਲ ਜੁੜੇ ਰਹਿੰਦੇ ਨੇ, ਜਿਹੜੇ ਉਸ ਚੱਕੀ ਦੇ ਸੰਬੰਧ ਦੇ ਵਿੱਚ ਰਹਿੰਦੇ ਨੇ, ਜਿਵੇਂ ਉਹਨਾਂ ਦਾ ਬਚਾਓ ਹੋ ਜਾਂਦਾ ਹੈ, ਉਹ ਪੀਸਣ ਤੋਂ ਬਚ ਜਾਂਦੇ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਰਾਜੇ ਨੂੰ ਸਮਝਾ ਰਹੇ ਨੇ ਕਿ ਰਾਜਨ, ਜਿਹੜਾ ਉਸ ਅਕਾਲ ਪੁਰਖ ਪ੍ਰਮਾਤਮਾ ਪਤੀ ਦੇ ਨਾਲ ਜੁੜਿਆ ਰਹਿੰਦਾ ਹੈ ਨਾ, ਜਿਹੜਾ ਉਹਦੇ ਸਿਮਰਨ ਨੂੰ ਮਨ ਦੇ ਵਿੱਚ ਕਰਦਾ ਹੈ, ਆਪਣੇ ਕੰਮਾਂ ਕਾਰਾਂ ਨੂੰ ਤਿਆਗਦਾ ਹੋਇਆ ਗੁਰੂ ਦੀ ਸ਼ਰਨ ਦੇ ਵਿੱਚ ਪੈ ਕਰਕੇ ਸਤ ਸੰਗਤ ਕਰਦਾ ਹੈ ਨਾ, ਉਹਦਾ ਵੀ ਇਸੇ ਤਰ੍ਹਾਂ ਪਾਰ ਉਤਾਰਾ ਹੋ ਜਾਂਦਾ ਹੈ। ਤਿਉ ਤੁਮ ਨਾਮ ਜਪ ਹੋਗੇ ਜਬ ਹੀ, ਜਨਮ ਮਰਨ ਤੇ ਛੂਟਹੁ ਤਬ ਹੀ। ਤੇ ਜਦੋਂ ਤੁਸੀਂ ਨਾਮ ਜਪਣਾ ਕਰੋਗੇ, ਤੇ ਤੁਹਾਡੇ ਮਨ ਦੇ ਉੱਪਰ ਜਿਹੜੇ ਇਹ ਵਿਸ਼ੇ ਵਿਕਾਰਾਂ ਦਾ ਰੋਗ ਲੱਗਾ ਹੋਇਆ ਹੈ ਨਾ, ਇਹ ਤਾਂ ਤੁਹਾਡੇ ਮਨ ਤੋਂ ਦੂਰ ਹੋ ਹੀ ਜਾਵੇਗਾ। ਪਰ ਜਿਹੜਾ ਇਹ ਜਨਮ ਮਰਨ ਦਾ ਚੱਕਰ ਹੈ ਨਾ, ਜਿਹਦੇ ਨਾਲ ਮਨੁੱਖ ਆਵਾਗਾਉਣ ਦੇ ਚੱਕਰ ਦੇ ਵਿੱਚ ਪੈਂਦਾ ਹੈ, ਉਹ ਵੀ ਜਿਹੜਾ ਤੁਹਾਡਾ ਜਨਮ ਮਰਨ ਦਾ ਚੱਕਰ ਹੈ, ਉਹ ਵੀ ਕੱਟਿਆ ਜਾਵੇਗਾ, ਤੇ ਤੁਹਾਨੂੰ ਮੁਕਤੀ ਦਾ ਸਾਧਨ ਪ੍ਰਾਪਤ ਹੋਵੇਗਾ। ਹੂਜੈ ਬਿਖ ਬਿਲਾਸ ਨਿਰਾਸੇ, ਜਪੋ ਨਾਮ ਸਤਿਗੁਰ ਪਰਵਾਸੇ। ਤੇ ਜਿਹੜੀ ਮਾਇਆ ਦਾ ਤੁਸੀਂ ਸੁਖ ਮਾਣ ਰਹੇ ਹੋ, ਜਿਹਦੀ ਮਾਇਆ ਦੇ ਕਾਰਨ ਤੁਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਲਪਟ ਹੋ, ਉਸ ਮਾਇਆ ਦਾ ਪ੍ਰਭਾਵ ਜਿਹੜਾ ਉਹ ਸਦਾ ਰਹਿਣ ਵਾਲਾ ਨਹੀਂ। ਸਦਾ ਉਸ ਮਾਇਆ ਨੇ ਸਾਡੇ ਨਾਲ ਨਹੀਂ ਰਹਿਣਾ। ਬਹੁਤਾ ਸਮਾਂ ਉਸ ਮਾਇਆ ਦੇ ਜਿਹੜੇ ਸੁੱਖ ਨੇ ਉਹ ਸਾਡੇ ਪਾਸ ਨਹੀਂ।
ਜੇਕਰ ਸਾਨੂੰ ਜਨਮ ਮਰਨ ਤੋਂ ਮੁਕਤੀ ਦਿਵਾਉਣ ਵਾਲਾ ਏ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੈ। ਇਸ ਕਰਕੇ ਕਰਨਾ ਕੀ ਹੈ ਕਿ ਹਮੇਸ਼ਾ ਆਸਰਾ ਉਸ ਪ੍ਰਮਾਤਮਾ ਦੇ ਨਾਮ ਦਾ ਤੱਕਣਾ ਹੈ, ਜਿਹਦੇ ਨਾਲ ਤੁਹਾਡੇ ਮਨ ਦੇ ਵਿਸ਼ੇ ਵਿਕਾਰ ਤਾਂ ਦੂਰ ਹੋਣਗੇ, ਪਰ ਤੁਹਾਨੂੰ ਲੋਕ ਦੇ ਸੁੱਖ ਤਾਂ ਮਿਲਣਗੇ, ਪਰ ਪਰਲੋਕ ਦਾ ਸੁੱਖ ਵੀ ਤੁਹਾਨੂੰ ਪ੍ਰਾਪਤ ਹੋਵੇਗਾ। ਤੇ ਸਾਧ ਸੰਗਤ ਜੀ ਆਪਾਂ ਬਚਨ ਵੀ ਪੜ੍ਹਦੇ ਆ ਨਾ ਕਿ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਐਸੀ ਅਵਸਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਰਾਜਨ ਨੂੰ ਦ੍ਰਿੜ ਕਰਵਾ ਰਹੇ ਹਨ। ਇਸ ਪ੍ਰਕਾਰ ਤਿਨ ਦੇ ਉਪਦੇਸ਼ਾ, ਕੀਤਿਕ ਦਿਵਸ ਬਸੇ ਜਗਤੀਸ਼ਾ। ਇਸ ਤਰ੍ਹਾਂ ਉਸ ਰਾਜੇ ਨੂੰ ਉਪਦੇਸ਼ ਦੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤਾ ਸਮਾਂ ਉਸ ਅਸਥਾਨ ਤੇ ਟਿਕੇ ਨੇ। ਬਹੁਤਾ ਸਮਾਂ ਸਾਧ ਸੰਗਤ ਜੀ ਉਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲੋਕਾਂ ਨੂੰ ਉਪਦੇਸ਼ ਦੇ ਕਰਕੇ ਬਿਤਾਇਆ ਹੈ। ਸਤ ਸੰਗਤ ਕੀ ਰੀਤ ਚਲਾਈ, ਪਾਉ ਭਗਤ ਨੀਕੇ ਪ੍ਰਗਟਾਈ। ਜਿਹੜੇ ਨਗਰ ਦੇ ਵਿੱਚ ਲੋਕਾਂ ਨੂੰ ਪ੍ਰਮਾਤਮਾ ਦਾ ਨਾਮ ਵਿਛੜਿਆ ਹੋਇਆ ਸੀ, ਜਿਹੜੇ ਲੋਕ ਕਦੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਤ ਰਹਿੰਦੇ ਸਨ, ਐਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਹਨਾਂ ਤੇ ਦ੍ਰਿਸ਼ਟੀ ਹੋਈ ਹੈ ਕਿ ਸਾਧ ਸੰਗਤ ਜੀ ਜਨਮ ਮਰਨ ਦਾ ਚੱਕਰ ਤਾਂ ਉਹਨਾਂ ਲੋਕਾਂ ਦਾ ਕੱਟਿਆ ਹੀ ਗਿਆ ਹੈ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਥੇ ਸਤ ਸੰਗਤ ਭਾਵ ਕਿ ਸੱਚੀ ਸੰਗਤ ਦੀ ਰੀਤੀ ਚੱਲ ਪਈ ਹੈ। ਤੇ ਬਹੁਤ ਸਾਰਾ ਜਿਹੜਾ ਪ੍ਰਮਾਤਮਾ ਦੀ ਭਗਤੀ ਦਾ ਪ੍ਰਭਾਵ ਹੈ ਉਸ ਅਸਥਾਨ ਤੇ ਫੈਲਿਆ ਹੋਇਆ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਨੇ। ਬੇਦਾ ਹੋਏ ਬਾਹਰੋ ਪ੍ਰਸਥਾਨੇ, ਖੋੜਸ ਜੋ ਜਨ ਤਾਹੇ ਪ੍ਰਮਾਨੇ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੋਂ ਚੱਲ ਪਏ ਨੇ ਤੇ ਸਾਧ ਸੰਗਤ ਜੀ ਅੱਗੇ ਜਿੱਥੇ ਚੱਲੇ ਨੇ ਉਸ ਰਸਤੇ ਦਾ ਪੈਂਡਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਨੁਸਾਰ ਲਗਭਗ 16 ਯੋਜਨ ਦਾ ਸੀ, ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਰ ਕਰ ਰਹੇ ਹਨ। ਸਾਗਰੋ ਛੋੜ ਗਏ ਗੁਰ ਜਬ ਹੀ, ਸਿੰਧ ਦੂਧ ਕੋ ਆਇਓ ਤਬ ਹੀ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਾਰਾ ਟਾਪੂ ਪਿੱਛੇ ਛੱਡ ਗਏ ਨੇ, ਭਾਵ ਕਿ ਜਦੋਂ ਇਸ ਟਾਪੂ ਨੂੰ ਪਾਰ ਕੀਤਾ ਤੇ ਅੱਗੇ ਕੀ ਦੇਖਿਆ ਏ ਕਿ ਅੱਗੇ ਜਿਹੜੀਆਂ ਦੁੱਧ ਦੀਆਂ ਨਦੀਆਂ ਨੇ ਉਹ ਵਗ ਰਹੀਆਂ ਨੇ। ਦੁੱਧ ਦਾ ਜਿਹੜਾ ਸਮੁੰਦਰ ਹੈ ਸਾਧ ਸੰਗਤ ਜੀ ਉਹ ਟਾਪੂ ਦੇ ਵਿੱਚ ਵਗ ਰਿਹਾ ਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹ ਟਾਪੂ ਦੇਖਿਆ ਹੈ। ਦੋਹਰਾ ਬਹਿਤ दूध की नदी बहो, मिसरी के गिर पूरा। ਉਸ ਅਸਥਾਨ ਤੇ ਬਹੁਤ ਜ਼ਿਆਦੀਆਂ ਦੁੱਧ ਦੀਆਂ ਨਦੀਆਂ ਵਹਿੰਦੀਆਂ ਸਨ ਤੇ ਮਿਸ਼ਰੀ ਦੇ ਜਿਹੜੇ ਪਹਾੜ ਨੇ ਉੱਚੇ ਉੱਚੇ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦਿਖਾਈ ਦੇ ਰਹੇ ਹਨ। ਜਿਹੇ ਸੁੰਦਰ ਨਾਰੀ ਅਦਕ, ਜਿਉ ਅਪਸਰ ਤਨ ਰੂਰ। ਤੇ ਉਥੋਂ ਦੀਆਂ ਜਿਹੜੀਆਂ ਇਸਤਰੀਆਂ ਨੇ, ਕਵੀ ਜੀ ਲਿਖ ਰਹੇ ਨੇ ਕਿ ਮੰਨ ਲਓ ਕਿ ਜਿਵੇਂ ਪਰੀਆਂ ਦਾ ਰੂਪ ਹੋਣ, ਜਿਵੇਂ ਕਿ ਪਰੀਆਂ ਇਸ ਧਰਤੀ ਤੇ ਆਪ ਆ ਕੇ ਆਈਆਂ ਹੋਣ। ਚਾਉ ਪਈ ਜਿਸ ਪੁਰ ਮਹਿ ਹੋ ਤੋ ਆਵਣੀ ਪਾ, ਬੈਠੇ ਤਹ ਬੇਦੀ ਕੁਲ ਦੀਪਾ। ਹੁਣ ਜਿੱਥੇ ਰਾਜਾ ਰਹਿੰਦਾ ਸੀ, ਜਿੱਥੇ ਰਾਜੇ ਦਾ ਨਿਵਾਸ ਅਸਥਾਨ ਸੀ, ਜਿੱਥੇ ਰਾਜਾ ਆਪਣੀ ਰਿਹਾਇਸ਼ ਕਰਕੇ ਬੈਠਾ ਹੋਇਆ ਸੀ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿੱਥੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਨੇ
ਤੇ ਜਿੱਥੇ ਰਾਜਾ ਰਹਿੰਦਾ ਹੈ ਉਸ ਸਥਾਨ ਤੇ ਸਾਧ ਸੰਗੀ ਜਾ ਕਰਕੇ ਟਿਕਾਣਾ ਕੀਤਾ ਹੈ। ਨਾਮ ਦੀਪ ਕੋ ਸਾਖ ਬਤਾਇਓ, ਭੋਗੈ ਸੁਖ ਵਿਸਾਲ ਮਨ ਪਾਇਓ। ਤੇ ਜਿਹੜੇ ਟਾਪੂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ, ਉਸ ਟਾਪੂ ਦਾ ਨਾਮ ਕਵੀ ਜੀ ਸਾਂਗ ਟਾਪੂ ਦੱਸ ਰਹੇ ਨੇ, ਜਿੱਥੋਂ ਦੇ ਲੋਕ ਰਹਿਣ ਵਾਲੇ ਨੇ ਤੇ ਬਹੁਤਾ ਆਨੰਦ ਉਹਨਾਂ ਲੋਕਾਂ ਦੇ ਕੋਲ ਹੈ। ਗੁਰ ਅਵਲੋਕੇ ਜਬ ਨਰ ਨਾਰੀ, ਕਲਾਵਾਨ ਜਾਣੇ ਤਬ ਪਾਰੀ। ਤੇ ਉਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ, ਉਥੋਂ ਦੀਆਂ ਰਹਿਣ ਵਾਲੀਆਂ ਜਿਤਨੀਆਂ ਵੀ ਇਸਤਰੀਆਂ ਨੇ, ਜਦੋਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਚਿਹਰਾ ਤੱਕਿਆ ਏ ਤੇ ਉਹਨਾਂ ਨੂੰ ਇੰਜ ਲੱਗਾ ਏ ਕਿ ਜਿਵੇਂ ਕੋਈ ਇਹ ਕਲਾਵਾਨ ਮਨੁੱਖ ਹੋਣ ਤੇ ਪ੍ਰਤੱਖ ਹਰੀ ਦਾ ਪ੍ਰਮਾਤਮਾ ਦਾ ਸਰੂਪ ਧਾਰ ਕੇ ਇਸ ਅਸਥਾਨ ਤੇ ਆਏ ਹੋਣ। ਆਨ ਉਪਾਇਨ ਧਰੈ ਅਗਾਰੀ, ਬੰਦਹਿ ਚਰਨ ਕਮਲ ਸੁਖਕਾਰੀ। ਬਹੁਤ ਸਾਰੀਆਂ ਸੁੰਦਰ ਭੇਟਾਵਾਂ, ਬਹੁਤ ਸਾਰੇ ਕੀਮਤੀ ਵਸਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਲਿਆ ਕਰਕੇ ਭੇਟਾ ਕੀਤੇ ਨੇ। ਤੇ ਸਾਧ ਸੰਗਤ ਜੀ ਭੇਟਾ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਪੱਗ ਬੰਦਨਾ ਕੀਤੀ ਹੈ। ਬਾਚਨ ਸੁਨਨ ਕੀ ਲਾਲਸ ਕਰ ਕੈ, ਬੈਠੇ ਨਿਕਟ ਪਾਓ ਔਰ ਧਰ ਕੈ। ਹੁਣ ਜਿਵੇਂ ਸਾਧ ਸੰਗਤ ਜੀ ਆਪਾਂ ਜਿਤਨੇ ਵੀ ਇਸ ਗੁਰੂ ਘਰ ਦੇ ਵਿੱਚ ਬੈਠੇ ਹਾਂ, ਗੁਰੂ ਦੀ ਸ਼ਰਨ ਦੇ ਵਿੱਚ, ਆਪਣੇ ਮਨ ਦੇ ਵਿੱਚ ਲਾਲਸਾ ਹੈ ਕਿ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਸਰਵਣ ਕਰਨ ਲਈ ਜਾਣਾ ਤੇ ਸੱਚ ਜਾਣਿਆ ਜੇ ਮੈਨੂੰ ਲੱਗਦਾ ਹੈ ਕਿ ਜਦੋਂ ਟਾਈਮ ਹੁੰਦਾ ਹੋਵੇਗਾ ਤੇ ਸਾਰਿਆਂ ਦੇ ਮਨ ਦੇ ਵਿੱਚ ਇਹ ਹੁੰਦਾ ਹੋਵੇਗਾ ਕਿ ਅਸੀਂ ਜਾ ਕਰਕੇ ਸਰਵਣ ਕਰਨੀ। ਹੁਣ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਸ ਟਾਪੂ ਦੇ ਵਿੱਚ ਜਾ ਕਰਕੇ ਬੈਠੇ ਨੇ, ਜਿਹੜੇ ਟਾਪੂ ਦਾ ਨਾਮ ਸਾਂਖ ਹੈ, ਜਦੋਂ ਲੋਕ ਆਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣ ਲਈ ਵਿਆਕੁਲ ਹੋਏ ਨੇ ਤੇ ਬਚਨ ਸੁਣ ਲੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੀਪ ਭਾਵ ਕੇ ਲਾਗੇ ਬੈਠੇ ਨੇ, ਬਹੁਤ ਜ਼ਿਆਦਾ ਪ੍ਰੇਮ ਧਾਰ ਕਰਕੇ। 300 ਬੋਲੇ ਗਿਰਾ ਗੁਸਾਈ, ਜਪ ਹੋ ਨਾਮ ਹੋਏ ਅੰਤ ਸਖਾਈ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਹਨਾਂ ਨੇ ਇਹਨਾਂ ਲੋਕਾਂ ਦੇ ਮਨ ਦੀ ਜਾਣੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਤੁਸੀਂ ਸਾਰੇ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਜਿਹਦੇ ਨਾਲ ਤੁਹਾਨੂੰ ਦੁਨੀਆ ਦੇ ਸੁੱਖ ਪ੍ਰਾਪਤ ਹੋਣਗੇ। ਜਿਹ ਕੀ ਚੇਤਨ ਸੱਤਾ ਐਸੇ, ਪਰੇ ਹਾਰ ਪਰੇ ਸਭ ਲਖ ਨ ਕੈਸੇ। ਉਹ ਪਰਮਾਤਮਾ ਇਸ ਤਰ੍ਹਾਂ ਦਾ ਏ ਕਿ ਬਹੁਤ ਸਾਰੇ ਲੋਕ ਉਸ ਪਰਮਾਤਮਾ ਨੂੰ ਖੋਜ ਤੱਕ ਗਏ ਨੇ, ਉਸ ਪਰਮਾਤਮਾ ਦਾ ਅੰਤ ਪਾਉਣ ਲਈ ਭੱਜੇ ਫਿਰਦੇ ਰਹੇ ਨੇ, ਪਰ ਕਿਸੇ ਨੇ ਅੰਤ ਨਹੀਂ ਪਾਇਆ। ਐਸਾ ਉਹ ਪਰਮਾਤਮਾ ਸਮਰੱਥ ਹੈ ਜਿਹੜਾ ਕਿ ਕਲਾਵਾਨ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਪਾਲਣਹਾਰ ਹੈ। ਸੂਸ਼ਮ ਅਤਿਸ਼ੈ ਗੁਪਤ ਮਹਾਨੇ, ਮਨ ਜਨ ਸਭ ਹੈ ਬੇਅੰਤ ਬਖਾਨੇ। ਤੇ ਉਹ ਪਰਮਾਤਮਾ ਹੈ, ਬਹੁਤ ਸਮਰੱਥ ਹੈ, ਆਗਾਮ ਹੈ, ਸਾਰਾ ਕੁਝ ਕਰਨਹਾਰ ਹੈ ਤੇ ਸੁਰ ਨਰ ਸਾਰੇ ਉਸ ਪਰਮਾਤਮਾ ਦੀ ਭਗਤੀ ਨੂੰ ਲੋਚਦੇ ਹਨ। ਜਿਹ ਸਮਾਨ ਪੁਨ ਪ੍ਰਗਟ ਨ ਕੋ, ਰੂਪ ਅਚਰਜ ਜਾਣੀਐ ਸੋ। ਉਸ ਪਰਮਾਤਮਾ ਦੇ ਸਮਾਨ ਕੋਈ ਨਹੀਂ,
ऐसा कोई नहीं कि जेड़ा उस परमात्मा की बराबरी कर सके या उस परमात्मा के बराबर जा सके। वो परमात्मा आश्चर्य है, ओदा कोई रूप नहीं, कोई विरला ही उस मनुख नूं जान सकता है। जिस बिन सरबर खीक जे आही, क्रिया एक कर सकही नाई। उस परमात्मा की कृपा ऐसी है कि जिहदी कृपा दे नाल सानू ये शरीर प्राप्त होया पंजा तत्तां वाला, ओदी कृपा दे नाल ये इंद्रियां काम कर रहीआं ने। ते जेकर उस परमात्मा की कृपा ना होवे साडे ते तां आ जिहड़ियां शरीर दीयां इंद्रियां ये कर्म नहीं कर सकदियां, भाव के काम नहीं कर सकदियां। साध संगत जी, आपां भी जे तुरे फिरदे हां ना, जे कोई कर्म कर रहे हैं चंगा, जेकर कोई संसार की कार कर रहे हैं, साडे कोल हाथ पैर सही सलामत ने, तां उस परमात्मा की कृपा दे सदका ही। इस तरह गुरु नानक देव जी महाराज समझा रहे ने कि आ जिहड़ियां इंद्रियां पंज तत्तां दा शरीर तुहानू बख्शिया है ना, जिहदे नाल तुसी संसारिक कार विहार कर रहे हो अपना, ये सारा उस कलावान परमात्मा की देन है। हमेशा उस परमात्मा के गुण गाया करो जिन्हां ने तुहानू ये कार करन लई सुंदर अंग बख्शिश कीते हन। गुपत प्रगट अत सत्य जाही, समता को नस करताई। ओ परमात्मा, ओ पार ब्रह्म समर्थ है, गुप्त है, जिहदी कोई भी बराबरी नहीं कर सकता, जिहदे बराबर कोई भी नहीं जा सकता। तेह की शरण प्रभु सुख पावो, मन मलीनता सर्ब मिटावो। ते करना की है, जो सुख कहो चाहे सदा, शरण राम की लेह। फिर पढ़ियो मेरे नाल, जो सुख कहो चाहे सदा, शरण राम की लेह। अजही अवस्था गुरु नानक देव जी महाराज उन्हां लोकां नूं दृढ़ करवा रहे ने कि जेकर तुसी सुखां दी प्राप्ति चाहुंदे हो, जेकर सारे आनंद तुसी मानना चाहुंदे हो, अपना लोक ते परलोक सुखी करना चाहुंदे हो, ते करना की है, उस परमात्मा दी शरण दे विच जा करके गुर उपदेश नूं अपने कन्ना दे नाल तुसी श्रवण करना है। विषय आनंद अलप पहचानो, नीर कटोरे के सम मानो। ते आ जिहड़े विषय विकारां दे विच तुसी खचित हो, इन्हां विषय विकारां नूं तुसी तुच्छ जानना करो, भाव के इन्हां नूं तुसी सदा लई थिर ना जानना करो, क्योंकि ये कुछ समय लई ने, ये सदा स्थिर रहन वाले नहीं। इन्हां दी होंद भला किस तरह दी है, जिवें एक पानी दे विच नीर जिहड़ा वो भर के रखिया होवे। ये साध संगत जी जिक्रयोग गल है। जेकर आपां मिट्टी दे भांडे दे विच पानी पा के रखिया होवे ते उहनूं माड़ा जिहा किते आपां ठणका दईए, माड़ा जिहा उहनूं किते तोड़ दईए ते ओहदे विचों सारा पानी वह जांदा है, सारा पानी वग जांदा है, पानी दी होंद पता ही नहीं भी कित्थे गई। थिर नहीं ना पानी, ओहदे विच पानी टिक नहीं सकदा, पता नहीं कदों उहनूं ठणका लगना है ते कदों उस पानी ने ओहदे विचों निकल जाना है। इसे तरह गुरु नानक देव जी महाराज समझा रहे ने कि ये जिहड़े विषय विकारां दे विच तुसीं फिर रहे हो, ये कुछ समय लई ने, ये तुछ ने। जिवें एक पटोले दे विच पानी भरिया होवे ते ओदी कोई होंद नहीं, इसे तरह ये जिहड़े विषय विकार ने, इन्हां दे विच खचित होण दा कोई फायदा नहीं। नष्ट जूत सत उपछनादायक, तिस मैं दुख लख हो इतदायक। ते जेड़ा फिर इन्हां विषयां विकारां दे विच खचित हुंदा है, जेड़ा माया दा प्रभाव ज्यादा कबूलदा है,
ਉਹਨੂੰ ਫਿਰ ਦੁੱਖ ਜਿਹੜੇ ਨੇ ਉਹ ਸਹਿਣੇ ਪੈਂਦੇ ਹਨ। ਬਹੁਰ ਸੁਨੋ ਭਜਨ ਆਨੰਦ ਜੋ, ਨਦੀ ਨੀਰ ਲਖੀਏ ਜਿਉ ਸੋ। ਤੇ ਕਹਿਣ ਲੱਗੇ ਨੇ ਕਿ ਰਾਜਨ ਆ ਸਿਮਰਨ ਦੀਆਂ ਬਰਕਤਾਂ ਸੁਣਨਾ ਚਾਹੁੰਦਾ ਹੈ ਕਿ ਕੀ ਨੇ? ਜਿਹੜਾ ਸਿਮਰਨ ਕਰਦਾ ਏ ਉਹਦਾ ਆਨੰਦ ਭਲਾ ਕਿਸ ਤਰ੍ਹਾਂ ਦਾ ਏ? ਜਿਵੇਂ ਮੰਨ ਲਓ ਕਿ ਇੱਕ ਨਦੀ ਦਾ ਪਾਣੀ ਹੋਵੇ। ਉਹ ਸਾਧ ਸੰਗਤ ਜੀ ਸਾਨੂੰ ਸਮਝਾ ਰਹੇ ਨੇ ਕਿ ਨਦੀ ਦੇ ਪਾਣੀ ਵਾਂਗ ਆਨੰਦ ਕਿਵੇਂ ਹੈ ਉਸ ਪ੍ਰਮਾਤਮਾ ਦੀ ਬਾਣੀ ਦਾ। ਬਾਡਨ ਕਟਨ ਤਾ ਮਹਿ ਇਹ ਹੋਵਤ, ਪਾਸ਼ਨ ਦੁਖਨ ਕੋ ਸਭ ਖੋਵਤ। ਤੇ ਜਿਵੇਂ ਨਦੀ ਦਾ ਪਾਣੀ ਕਦੀ ਵੱਧਦਾ ਏ ਕਦੀ ਘਟਦਾ ਏ, ਕਦੀ ਬਹੁਤੇ ਵਹਾਅ ਦੇ ਨਾਲ ਆਉਂਦਾ ਹੈ ਤੇ ਜਿਤਨਾ ਗੰਦਮੰਦ ਨਦੀ ਦੇ ਵਿੱਚ ਹੁੰਦਾ ਹੈ ਸਾਰਾ ਰੋੜ ਕੇ ਲੈ ਜਾਂਦਾ ਹੈ। ਤੇ ਪਾਣੀ ਨੂੰ ਸਾਧ ਸੰਗਤ ਜੀ ਨਿਰਮਲ ਕਰ ਦਿੰਦਾ ਹੈ ਨਾ ਉਹ ਜਲ ਦਾ ਵਹਾਅ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਇਸੇ ਤਰ੍ਹਾਂ ਇਹ ਬਾਣੀ ਦਾ ਆਨੰਦ ਹੈ। ਇੱਕ ਨਦੀ ਦੇ ਪਾਣੀ ਦੀ ਤਰ੍ਹਾਂ ਹੈ। ਕਿਸੇ ਸਮੇਂ ਤੇ ਇਹ ਬਾਣੀ ਦਾ ਆਨੰਦ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਸਾਡੇ ਸਰੀਰ ਦੇ ਵਿੱਚ ਦੁੱਖ ਸੁੱਖ ਨੇ ਜਾਂ ਸਾਡੇ ਸਰੀਰ ਦੇ ਵਿੱਚ ਜਿੰਨੇ ਵੀ ਵਿਕਾਰ ਨੇ, ਜਿਵੇਂ ਉਹ ਪਾਣੀ ਦਾ ਵਹਾਅ ਉਹ ਸਾਰੀ ਗੰਦਗੀ ਨੂੰ ਨਦੀ ਦੀ ਨੂੰ ਰੋੜ ਕੇ ਲੈ ਜਾਂਦਾ ਹੈ ਨਾ, ਇਸੇ ਤਰ੍ਹਾਂ ਇਹ ਪ੍ਰਮਾਤਮਾ ਦੀ ਬਾਣੀ ਦਾ ਆਨੰਦ ਹੈ। ਜਦੋਂ ਸਾਡੇ ਸਰੀਰ ਦੇ ਵਿੱਚ ਆ ਕਰਕੇ ਵਸ ਜਾਂਦਾ ਹੈ ਤੇ ਸਾਰੇ ਜਿਹੜੇ ਸਾਡੇ ਦੁੱਖ ਨੇ ਉਹ ਨਾਸ ਹੋ ਜਾਂਦੇ ਹਨ। ਪੁਨ ਗਿਆਨ ਆਨੰਦ ਜਾਨੋ ਐਸੇ, ਸਾਗਰ ਜਲ ਅਪਾਰ ਹੋਏ ਜੈਸੇ। ਤੇ ਕਹਿ ਰਹੇ ਨੇ ਕਿ ਇਹ ਜਿਹੜੀ ਗੁਰਬਾਣੀ ਹੈ ਨਾ, ਇਹਦਾ ਗਿਆਨ ਤੁਸੀਂ ਇਸ ਤਰ੍ਹਾਂ ਸਮਝਣਾ ਕਰੋ ਕਿ ਜਿਵੇਂ ਸਮੁੰਦਰ ਦੀ ਗਹਿਰਾਈ ਹੁੰਦੀ ਹੈ। ਸਾਧ ਸੰਗਤ ਸਮੁੰਦਰ ਦੀ ਗਹਿਰਾਈ ਨੂੰ ਕੋਈ ਮਾਪ ਨਹੀਂ ਨਾ ਸਕਦਾ। ਜਿਵੇਂ ਉਹਦੇ ਵਿੱਚ ਕੋਈ ਤੈਰਨਾ ਚਾਹਵੇ ਤੇ ਉਹਦਾ ਕੰਡਾ ਲੱਭਣਾ ਜਿਹੜਾ ਹੈ ਉਹਦਾ ਤੱਟ ਲੱਭਣਾ ਔਖਾ ਹੈ, ਉਹਦੀ ਗਹਿਰਾਈ ਨੂੰ ਮਾਪਣਾ ਔਖਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਇਹ ਜਿਹੜੀ ਗੁਰਬਾਣੀ ਦਾ ਸਾਗਰ ਹੈ ਇਹ ਇੱਕ ਸਮੁੰਦਰ ਦੀ ਨਿਆਈ ਹੈ। ਦੁਖ ਬਹੀਨ ਸਦਾ ਇੱਕ ਸਾਰਾ, ਜੀ ਆਵੇ ਤੇ ਤਰ ਸੰਸਾਰਾ। ਤੇ ਇਹ ਪਰਮਾਤਮਾ ਦੀ ਜਿਹੜੀ ਗੁਰਬਾਣੀ ਹੈ ਇਹ ਸਾਰਿਆਂ ਨੂੰ ਦੁੱਖਾਂ ਸੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲੀ ਹੈ, ਸਾਰਿਆਂ ਨੂੰ ਆਨੰਦ ਦੀ ਪ੍ਰਾਪਤੀ ਕਰਵਾਉਣ ਵਾਲੀ ਹੈ। ਜਿਹੜੇ ਇਸ ਨੂੰ ਸੁਣਦੇ ਨੇ ਉਹ ਤਾਂ ਪਵਿੱਤਰ ਹੈ ਹੀ ਨੇ, ਪਰ ਜਿਹੜਾ ਇਸ ਨੂੰ ਆਪਣੇ ਮੁਖ ਦੇ ਨਾਲ ਗਾਉਂਦਾ ਹੈ ਉਹ ਵੀ ਪਵਿੱਤਰ ਹੈ। ਸਾਧ ਸੰਗਤ ਜੀ ਇਹ ਗੱਲ ਯਾਹਰ ਹੈ। ਰੋਜ਼ਾਨਾ ਆਪਾਂ ਆਨੰਦ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਆ ਨਾ ਕਿ ਕਹਤੇ ਪਵਿੱਤ ਸੁਣਤੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿੰਦੇ ਕਹਿਣ ਵਾਲੇ ਤਾਂ ਪਵਿੱਤਰ ਨੇ ਤੇ ਜਿਹੜਾ ਕਹਿ ਰਿਹਾ ਏ ਉਹਦੀ ਰਸਨਾ ਤੋਂ ਆਪਣੇ ਸਰਵਣਾ ਦੇ ਨਾਲ ਸੁਣਨ ਵਾਲੇ ਵੀ ਪਵਿੱਤਰ ਨੇ। ਤੇ ਦੂਸਰੀ ਗੱਲ, ਜਿਹੜੇ ਤੇ ਸੁਣ ਕੇ ਮਨ ਦੇ ਵਿੱਚ ਵਸਾਉਂਦੇ ਨੇ ਉਹ ਵੀ ਪਵਿੱਤਰ ਨੇ। ਵਡਭਾਗੇ ਹਾਂ ਸਾਧ ਸੰਗਤ ਜੀ ਜੋ ਗੁਰੂ ਘਰ ਦੇ ਵਿੱਚ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਆਪਣੇ ਰੁਝੇਵਿਆਂ ਨੂੰ ਤਿਆਗਦੇ ਹੋਏ ਤੇ ਗੁਰੂ ਘਰ ਦੇ ਵਿੱਚ ਬੈਠ ਕਰਕੇ 1 ਘੰਟਾ ਗੁਰੂ ਜਸ ਨੂੰ ਸਰਵਣ ਕਰ ਰਹੇ ਹਾਂ। ਤੇ ਆਪਾਂ ਯਤਨ ਕਰ ਰਹੇ ਹਾਂ ਨਾ, ਸੇ ਪਵਿੱਤ ਜਿਨੀ ਮਨ ਵਸਾਇਆ, ਕਿ ਮਨ ਦੇ ਵਿੱਚ ਵਸਾ ਕਰਕੇ ਕਿਤੇ ਅਸੀਂ ਵੀ ਪਵਿੱਤਰ ਬਣ ਸਕੀਏ। ਵਡਭਾਗੇ ਹਾਂ ਸਾਧ ਸੰਗਤ ਜੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਇਹ ਜਿਹੜੀ ਗੁਰਬਾਣੀ ਹੈ ਇਹ ਇਹਦਾ ਜਿਹੜਾ ਗਿਆਨ ਹੈ ਇੱਕ ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਦੀ ਗਹਿਰਾਈ ਨੂੰ ਕੋਈ ਮਾਪ ਨਹੀਂ ਸਕਦਾ, ਇਸੇ ਤਰ੍ਹਾਂ ਇਹ ਜਿਹੜੀ ਗੁਰਬਾਣੀ ਦਾ ਸਾਗਰ ਹੈ। ਜਾਤੇ ਤੁਮ ਜਪ ਕਰ ਸ਼੍ਰੀ ਰਾਮ, ਪਾਈ ਗਿਆਨ ਪਹੁੰਚੋ ਸੁਖ ਧਾਮ। ਤੇ ਜੇਕਰ ਤੂੰ ਉਸ ਪਰਮਾਤਮਾ ਦਾ ਸਿਮਰਨ ਕਰੇਗਾ ਤੇ ਪਰਮਾਤਮਾ ਦੀ ਗੁਰਬਾਣੀ ਨੂੰ ਮਨ ਦੇ ਵਿੱਚ ਵਸਾਵੇਂਗਾ
ਤੇ ਤੇਰੇ ਕੋਲ ਸਾਰੇ ਸੁੱਖ ਪ੍ਰਾਪਤ ਹੋਣਗੇ ਤੇ ਸੁੱਖਾਂ ਦੇ ਘਰ ਦੇ ਵਿੱਚ ਜਾ ਕਰਕੇ ਸਾਰੇ ਜਿਹੜੇ ਦੁਨੀਆ ਦੇ ਆਨੰਦ ਤੈਨੂੰ ਪ੍ਰਾਪਤ ਹੋਣਗੇ। ਇਹ ਤਨ ਕਰਮ ਤਰੋ ਵਰ ਜਾਨੋ ਹੁਆ ਅਰੋਗਤਾ ਸਾਖਾ ਮਾਨੋ। ਤੇ ਜਿਹੜੀ ਅਰੋਗਤਾ ਹੈ ਨਾ, ਜਿਹੜਾ ਤੇਰੇ ਤਨ ਨੂੰ ਰੋਗ ਹੈ, ਹਉਮੈ ਦਾ, ਮਾਇਆ ਦਾ, ਅਹੰਕਾਰ ਦਾ, ਈਰਖਾ ਦਾ, ਨੰਦਾ ਦਾ, ਦਵੈਕਤਾ ਦਾ, ਇਹ ਸਾਰੇ ਰੋਗ ਦੂਰ ਹੋ ਜਾਣਗੇ। ਪਰ ਹੋਣਗੇ ਕਿਸ ਤਰ੍ਹਾਂ? ਜੇਕਰ ਤੂੰ ਉਸ ਗੁਰਬਾਣੀ ਦਾ ਆਸਰਾ ਤੱਕਣਾ ਕਰੇਗਾ। ਆਸ ਵਿਚਾਰ ਮਨ ਤਜ ਹੋ ਬਿਕਾਰਾ ਸਿਮਰਹੁ ਸਦਾ ਨਾਮ ਕਰਤਾਰਾ। ਇਸ ਤਰ੍ਹਾਂ ਜੇ ਤੂੰ ਸਿੱਖਿਆ ਨੂੰ ਮਨ ਦੇ ਵਿੱਚ ਵਸਾਏਗਾ, ਜੇਕਰ ਤੂੰ ਗੁਰੂ ਦੀ ਸਿੱਖਿਆ ਨੂੰ ਮੰਨਣਾ ਕਰੇਗਾ ਤਾਂ ਬਖਸ਼ਿਸ਼ ਕੀ ਹੋਵੇਗੀ? ਦੁਨੀਆ ਦੇ ਸਾਰੇ ਸੁੱਖ ਤੈਨੂੰ ਪ੍ਰਾਪਤ ਹੋਣਗੇ। ਪਰ ਹੋਣਗੇ ਕਿਸ ਤਰ੍ਹਾਂ? ਜੇਕਰ ਤੂੰ ਉਸ ਕਰਤਾਰ ਭਾਵ ਕਿ ਜਿਹੜਾ ਸਾਰਿਆਂ ਨੂੰ ਰੋਜੀ ਦੇਣ ਵਾਲਾ ਕਰਤਾਰ ਹੈ, ਉਹਦੇ ਸਿਮਰਨ ਨੂੰ ਜਪਣਾ ਕਰੇਗਾ। ਇਹ ਉਪਦੇਸ਼ ਦੀਨ ਤਿਨ ਤਾਈ ਕਿਤ ਕਦੇ ਵਸ ਰਹਿ ਕਰ ਜਗ ਸਾਈ। ਇਸ ਤਰ੍ਹਾਂ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਰਕੇ ਉਹਨਾਂ ਲੋਕਾਂ ਨੂੰ ਬਹੁਤਾ ਸਮਾਂ ਉਸ ਸਥਾਨ ਤੇ ਠਹਿਰੇ ਨੇ ਤੇ ਸਾਧ ਸੰਗਤ ਜੀ ਬਾਅਦ ਵਿੱਚ ਉਸ ਰਾਜੇ ਨੂੰ ਉਪਦੇਸ਼ ਦੇ ਕੇ ਉਸ ਸਥਾਨ ਤੋਂ ਚੱਲ ਪਏ ਹਨ। ਬਹੁਰੋ ਕੀਨ ਗਵਣ ਆਗਾਰੀ ਤਰਾ ਦੀਪ ਕੀਓ ਲੰਗੇ ਸਾਰੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੇ ਟਾਪੂ ਦੇ ਵਿੱਚ ਪਹੁੰਚੇ ਨੇ ਤੇ ਸਾਰਾ ਜਿਹੜਾ ਸਾਧ ਸੰਗਤ ਜੀ ਟਾਪੂ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਾਰ ਕਰ ਲਿਆ ਹੈ। 32 ਜੋਜਨ ਥੋ ਬਿਸਥਾਰਾ ਮਦ ਸਾਗਰ ਕੋ ਆਏ ਕਰਾਰਾ। ਹੁਣ ਜਿਹੜੇ ਟਾਪੂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ, ਅੱਗੇ ਜਿਹੜਾ ਟਾਪੂ ਪਾਰ ਕੀਤਾ ਏ ਉਹਦਾ ਸਾਧ ਸੰਗਤ ਜੀ 16 ਲੱਖ ਜੋਜਨ ਸੀ ਆਕਾਰ। ਹੁਣ ਜਿਹੜੇ ਟਾਪੂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ ਉਹਦਾ ਘੱਟੋ ਘੱਟ 32 ਜੋਜਨ 100 ਬਿਸਥਾਰਾ ਹੈ। ਭਾਵ ਕਿ 32 ਜੋਜਨ ਉਹਦੀ ਲੰਬਾਈ ਹੈ, ਜਿਹਦੇ ਤੱਟ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕਰਕੇ ਖਲੋਤੇ ਹਨ। ਦੀਪ ਸਮਾਨ ਹੋ ਤੋ ਪਰਮਾਨਾ ਪਾਰ ਗਏ ਤੇ ਕਿਰਪਾ ਨਿਦਾਨਾ। ਤੇ ਦੀਵੇ ਦੀ ਆਕਾਰ ਦਾ ਇਹ ਟਾਪੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਾਰ ਕੀਤਾ ਹੈ ਤੇ ਸਾਧ ਸੰਗਤ ਜੀ ਪਾਰ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੇ ਤੱਟ ਤੇ ਖਲੋਤੇ ਹੋਏ ਹਨ। ਆਵਾ ਪੁੱਛ ਕਰ ਦੀਪ ਅਗਾਰੀ ਪਹੁੰਚੇ ਤੇ ਕੇ ਜਾਏ ਅਗਾਰੀ। ਅੱਗੇ ਹੁਣ ਜਿਹੜਾ ਟਾਪੂ ਆਇਆ ਹੈ, ਜਿਹੜਾ ਸਮੁੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਰ ਕਰਕੇ ਆਏ ਨੇ, ਉਸ ਟਾਪੂ ਦਾ ਨਾਂ ਸਾਧ ਸੰਗਤ ਜੀ ਪੁਸ਼ਕਰ ਟਾਪੂ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਹਨ। ਰੁਚਰ ਬਿਲੋਕ ਨਗਰ ਤੇ ਮਾਹੀ ਸਤਨਾਮ ਉਪਦੇਸ਼ ਤਹਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉੱਥੇ ਸੁੰਦਰ ਨਗਰ ਦੇਖਿਆ ਹੈ ਤੇ ਸੁੰਦਰ ਨਗਰ ਦੇਖ ਕੇ ਉੱਥੋਂ ਦੇ ਲੋਕਾਂ ਵੱਲ ਜਦੋਂ ਤੱਕਿਆ ਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧ ਸੰਗਤ ਜੀ ਉਸ ਸਥਾਨ ਤੇ ਬੈਠੇ ਹਨ ਤੇ ਬੈਠ ਕੇ ਕੀ ਕਰ ਰਹੇ ਨੇ? ਲੋਕਾਂ ਨੂੰ ਸਤਨਾਮ ਦਾ ਜਿਹੜਾ ਉਪਦੇਸ਼ ਦੇ ਕਰਕੇ ਤਾਰ ਰਹੇ ਹਨ। ਕਾਰਣੀ ਸੰਤਨ ਸੇਵਾ ਸਿਖਾਈ ਪਾਓ ਭਗਤ ਅਬ ਰਾਮ ਦ੍ਰਿੜਾਈ। ਤੇ ਲੋਕਾਂ ਨੂੰ ਦੱਸਿਆ ਹੈ ਕਿ ਹਮੇਸ਼ਾ ਸੰਤਾਂ ਦੀ ਸੇਵਾ ਕਰਨੀ ਹੈ
ਤੇ ਸੇਵਾ ਕਰਨ ਦਾ ਢੰਗ ਕੀ ਹੈ ਕਿ ਮਨ ਦੇ ਵਿੱਚ ਹਮੇਸ਼ਾ ਭਾਵ ਕੇ ਪ੍ਰੇਮ ਦੀ ਭਾਵਨਾ ਰੱਖ ਕਰਕੇ ਜੇਕਰ ਤੁਸੀਂ ਉਹਨਾਂ ਸੰਤਾਂ ਦੀ ਸੇਵਾ ਕਰੋਗੇ ਤਾਂ ਉਹ ਸੰਤ ਤੁਹਾਡੇ ਤੇ ਪ੍ਰਸੰਨ ਹੋਣਗੇ ਤੇ ਤੁਹਾਨੂੰ ਕਿਰਪਾ ਦੇ ਵਿੱਚ ਕੋਈ ਨਾ ਕੋਈ ਬਰਕਤ ਜਿਹੜੀ ਉਹ ਦੇ ਕੇ ਜਾਣਗੇ। ਤੇ ਚੱਲ ਪਹੁੰਚੀ ਪ੍ਰਭ ਤਹਵਾ ਹੁਤੋ ਸਪਤ ਵੋ ਸਾਗਰ ਜਿਹਵਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਪਹੁੰਚੇ ਨੇ ਜਿੱਥੇ ਸਾਧ ਸੰਗਤ ਦੀ ਸਤਵਾਂ ਸਮੁੰਦਰ ਹੈ, ਭਾਵ ਕਿ ਸਤਵਾਂ ਟਾਪੂ ਹੈ। ਉਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਹਨ। ਤਟ ਪਰ ਠਾਂਡੇ ਕਿਰਪਾ ਨਿਦਾਨਾ ਮਰਦਾਨੇ ਕੋ ਬਚਨ ਬਖਾਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਤਵੇਂ ਸਮੁੰਦਰ ਦੇ ਉੱਪਰ ਖਲੋਤੇ ਨੇ ਤੇ ਖਲੋ ਕਰਕੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਥੀ ਭਾਈ ਮਰਦਾਨੇ ਦੇ ਵੱਲ ਵੇਖ ਰਹੇ ਨੇ ਤੇ ਮੁਸਕਰਾ ਰਹੇ ਨੇ ਤੇ ਮੁਸਕਰਾਉਂਦਿਆਂ ਹੋਇਆ ਸਾਧ ਸੰਗਤ ਜੀ ਮਰਦਾਨੇ ਨੂੰ ਕੀ ਆਖਿਆ ਏ? ਮਰਦਾਨੇ ਨੂੰ ਬਚਨ ਜਿਹੜੇ ਨੇ ਉਹ ਕਰਨੇ ਕੀਤੇ ਨੇ। ਉਹ ਬਚਨ ਕੀ ਨੇ? ਇਹੀ ਸਪਤ ਮੋ ਦੀਪ ਜਨੀਜ 64 ਲੱਖ ਜੋਜਨ ਲਖ ਲੀਜੈ। ਤੇ ਕਹਿਣ ਲੱਗੇ ਨੇ ਮਰਦਾਨਿਆ ਆ ਜਿਹੜੀ ਤੇਰੇ ਮਨ ਦੇ ਵਿੱਚ ਇੱਛਾ ਸੀ ਨਾ 7 ਟਾਪੂ ਦੇਖਣ ਦੀ, 7 ਸਮੁੰਦਰ ਦੇਖਣ ਦੀ, ਆ 7ਵਾਂ ਸਮੁੰਦਰ ਹੈ ਜਿਹਦੀ ਲੰਬਾਈ ਘੱਟੋ ਘੱਟ 60 ਲੱਖ ਜੋਜਨ ਜਿਹੜੀ ਉਹ ਦੱਸੀ ਜਾਂਦੀ ਹੈ। ਇਸ ਸਮਾਨ ਇਹ ਸਾਗਰ ਜਾਨੋ ਮਿਸ਼ਟ ਨੀਰ ਕੋ ਸਰਬ ਪਛਾਨੋ। ਤੇ ਆ ਜਿਹੜੇ ਟਾਪੂ ਦੇ ਵਿੱਚ ਅਸੀਂ ਖਲੋਤੇ ਹਾਂ, ਜਿਹੜੇ ਸਮੁੰਦਰ ਦੇ ਨੇੜੇ ਅਸੀਂ ਖਲੋਤੇ ਹਾਂ, ਮਰਦਾਨਿਆਂ ਇਹ ਜਿਹੜੇ ਸਮੁੰਦਰ ਦਾ ਨੀਰ ਹੈ, ਸਮੁੰਦਰ ਦਾ ਪਾਣੀ ਹੈ, ਇਹ ਸਾਰਾ ਪਾਣੀ ਮਿੱਠਾ ਹੈ। ਸੁਨ ਕੇ ਪ੍ਰਸ਼ਨ ਕੀਨ ਮਰਦਾਨੇ ਇਸ ਤੇ ਪਰ ਕਿਆ ਕਰਹੁ ਬਰਕਾਨੇ। ਹੁਣ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਨੇ। ਕਹਿਣ ਲੱਗਾ ਗੁਰੂ ਜੀ 7 ਟਾਪੂ ਤਾਂ ਤੁਸੀਂ ਦਿਖਾ ਦਿੱਤੇ, 7 ਸਮੁੰਦਰਾਂ ਦੀ ਸੈਰ ਤਾਂ ਮੈਨੂੰ ਕਰਵਾ ਦਿੱਤੀ ਹੈ, ਪਰ ਇਹਦੇ ਤੋਂ ਪਰੇ ਵੀ ਹੈ ਕੁਝ, ਇਹਦੇ ਤੋਂ ਅਗਾਰੀ ਵੀ ਦੁਨੀਆ ਹੈ। ਜੇ ਕਿਰਪਾ ਕਰੋ ਤਾਂ ਤੁਸੀਂ ਸਾਨੂੰ ਉਹ ਵੀ ਦਿਖਾਉਣਾ ਕਰੋ। ਅੰਤਰ ਜਾਮੀ ਗਿਰਾ ਉਚਾਰੀ ਸੁਰ ਨਰ ਦਾਨਵ ਕੋ ਨਾਗਾਰੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਮਰਦਾਨਿਆ ਇਹ ਜਿੱਥੇ ਆਪਾਂ ਖਲੋਤੇ ਹਾਂ ਇਹ 7 ਟਾਪੂ ਨੇ। ਇੱਥੇ ਦੁਨੀਆ ਦੀ ਹੱਦ ਆ ਕਰਕੇ ਖਤਮ ਹੁੰਦੀ ਹੈ। ਇੱਥੇ ਨਾ ਤਾਂ ਕੋਈ ਦੇਵੀ ਹੈ, ਨਾ ਤਾਂ ਕੋਈ ਦੇਵਤਾ ਹੈ, ਨਾ ਤਾਂ ਕੋਈ ਇੱਥੇ ਸੁਰ ਹੈ, ਤੇ ਨਾ ਇੱਥੇ ਕੋਈ ਨਰ ਹੈ, ਨਾ ਇੱਥੇ ਕੋਈ ਆਦਮੀ ਹੈ, ਤੇ ਨਾ ਇੱਥੇ ਕੋਈ ਔਰਤ ਹੈ। ਕੰਚਨ ਕੀ ਸ਼ਿਤ ਕੇਤਕ ਜਾਨਾ ਤੇਹ ਤੇ ਪਰੇ ਪਹਾੜ ਮਰਦਾਨਾ। ਤੇ ਕਹਿਣ ਲੱਗੇ ਨੇ ਕਿ ਇਹ ਜਿਹੜਾ ਸੋਨੇ ਦਾ ਅਸਥਾਨ ਹੈ, ਮਰਦਾਨੇ ਨੇ ਜਦੋਂ ਦੇਖਿਆ ਤੇ ਕਹਿਣ ਲੱਗਾ ਕਿ ਗੁਰੂ ਜੀ ਇਹ ਕਿਤਨਾ ਕੁ ਥੋੜਾ ਏ, ਤੇ ਇਸ ਤੋਂ ਅੱਗੇ ਵੀ ਕੋਈ ਵੱਡਾ ਪਹਾੜ ਹੈ। ਲੋਕਾ ਲੋਕ ਨਾਮ ਹੈ ਜਾ ਕੋ ਬਹੁ ਵਿਸਤਾਰ ਜਾਨੀਐ ਤਾ ਕੋ। ਤੇ ਕਹਿਣ ਲੱਗੇ ਨੇ ਮਰਦਾਨਿਆ ਇਹ ਜਿਹੜੇ ਪਹਾੜ ਦੀ ਤੂੰ ਗੱਲ ਕਰ ਰਿਹਾ ਹੈ ਨਾ, ਇਹ ਜਿਹੜਾ ਪਹਾੜ ਹੈ ਇਹਦਾ ਨਾਮ ਲੋਕਾ ਲੋਕ ਹੈ, ਤੇ ਇਹਦਾ ਆਕਾਰ ਬਹੁਤ ਵੱਡਾ ਹੈ। ਇਸ ਤੇ ਉਰੇ ਪ੍ਰਕਾਸ਼ ਹੈ ਸਾਰੇ ਮਾਰ ਤੰਡ ਸਾਗਰ ਸੁਤ ਤਾਰੇ। ਤੇ ਜਿੰਨੇ ਵੀ ਧਰਤੀ ਤੇ ਸੂਰਜ ਨੇ ਜਾਂ ਚੰਦ ਨੇ ਜਾਂ ਤਾਰੇ ਨੇ,
ਇਹ ਸਾਰੇ ਇਸ ਪਹਾੜ ਤੋਂ ਪਰਲੇ ਪਾਸੇ ਹਨ ਜਿਹੜੇ ਦਿਖਾਈ ਦੇ ਰਹੇ ਹਨ। ਪਰੇ ਨ ਕਾਕੋ ਹੋਏ ਪ੍ਰਕਾਸ਼ਾ, ਗਾਡੋ ਬਡੋ ਅੰਧੇਰੋ ਰਾਸਾ। ਤੇ ਇਸ ਪਹਾੜ ਤੋਂ ਪਰਲੇ ਪਾਸੇ ਇਹਨਾਂ ਤੋਂ ਬਗੈਰ ਹੋਰ ਕਿਸੇ ਦੀ ਕੋਈ ਰੋਸ਼ਨੀ ਨਹੀਂ। ਸਾਰੇ ਪਾਸੇ ਅੰਧੇਰਾ ਜਿਹੜਾ ਉਹ ਫੈਲਿਆ ਹੋਇਆ ਹੈ। ਦੋਹਰਾ ਜੇ ਦਵਾਦਸ਼ ਸੂਰਜ ਚੜ੍ਹੇ, ਸਰਬ ਸ਼ਿਆਮ ਹੋ ਜਾਏ। ਤੇ ਮਰਦਾਨਿਆ ਇੱਥੋਂ ਦਾ ਵਾਤਾਵਰਨ ਇਸ ਤਰ੍ਹਾਂ ਦਾ ਏ, ਜੇਕਰ ਧਰਤੀ ਦੇ 12 ਸੂਰਜ ਵੀ ਇਸ ਸਥਾਨ ਤੇ ਪ੍ਰਕਾਸ਼ ਹੋ ਜਾਣ, ਜੇਕਰ ਸਾਰੇ ਸੂਰਜ ਆਕਰ ਇੱਥੇ ਧਰਤੀ ਨੂੰ ਰੋਸ਼ਨਾਉਣਾ ਚਾਹਣ, ਤਾਂ ਵੀ ਇਹ ਜਿਹੜੀ ਧਰਤੀ ਹੈ ਉਹ ਪ੍ਰਕਾਸ਼ ਨਹੀਂ ਹੋ ਸਕਦੀ, ਉਲਟਾ ਉਹਨਾਂ ਸੂਰਜਾਂ ਨੂੰ ਕਾਲਾ ਕਰ ਸਕਦੀ ਹੈ। ਆਬ ਚਲ ਜੰਬੂ ਦੀਪ ਕੋ, ਤਰਤ ਪੁਨੀਤ ਸੁਹਾਏ। ਤੇ ਕਹਿਣ ਲੱਗੇ ਨੇ ਮਰਦਾਨਿਆ, ਚੱਲ ਹੁਣ ਜੰਬੂ ਦੀਪ ਨੂੰ ਚਲੀਏ, ਜਿੱਥੇ ਇੱਕ ਸੋਹਣੀ ਸ਼ੋਭਨਿਕ ਜਿਹੜੀ ਧਰਤੀ ਉਹ ਦਿਖਾਈ ਦੇ ਰਹੀ ਹੈ। ਚਾਉ ਪਈ ਆਸ ਕੈ ਸ਼੍ਰੀ ਗੁਰ ਲੀਨ ਉਡਾਰੀ, ਜੰਬੂ ਆਵਨ ਇੱਛਾ ਤਾਰੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਉਸ ਸਥਾਨ ਤੋਂ ਚੱਲੇ ਨੇ ਤੇ ਅੱਗੇ ਸਾਧ ਸੰਗਤ ਜੀ ਜੰਬੂ ਦੀਪ ਦੇ ਵਿੱਚ ਜਾ ਕਰਕੇ ਪਹੁੰਚੇ ਨੇ। ਮਨ ਚਿਤ ਵਣ ਜਿਉ ਤਹਾ ਸਿਦਾਏ, ਸਰਬ ਦੀਪ ਤਜ ਕਰ ਸੁਆਏ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਰੰਤ ਉਸ ਸਥਾਨ ਤੇ ਸਾਧ ਸੰਗਤ ਜੀ ਪਹੁੰਚੇ ਨੇ। ਜਿਵੇਂ ਆਪਣੇ ਮਨ ਦਾ ਫੁਰਨਾ ਆਪਣੇ ਮਨ ਦੇ ਵਿੱਚ ਆ ਜਾਵੇ ਤੇ ਸਾਧ ਸੰਗਤ ਜੀ ਉਹ ਮਿੰਟਾਂ ਦੇ ਵਿੱਚ ਕਿਸੇ ਸਮੇਂ ਬਿਨਸ ਵੀ ਜਾਂਦਾ ਹੈ ਨਾ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਨ ਦੇ ਵਿੱਚ ਇਹ ਫੁਰਨਾ ਆਇਆ ਹੈ। ਤੇ ਫੁਰਨਾ ਜਦੋਂ ਆਇਆ ਹੈ ਤੇ ਸਾਧ ਸੰਗਤ ਜੀ ਉਸ ਦੀਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਛਿਣ ਦੇ ਵਿੱਚ ਪਹੁੰਚੇ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉੱਥੇ ਜਾ ਕੇ ਸਾਧ ਸੰਗਤ ਜੀ ਯਾਤਰਾ ਕੀਤੀ ਹੈ। ਇੱਥੋਂ ਤੱਕ ਸਾਧ ਸੰਗਤ ਜੀ ਜਿਹੜਾ ਉਤਰਾਰਧ ਦਾ ਆਪਣਾ ਪਹਿਲਾ ਭਾਗ ਹੈ ਉਹ ਸਮਾਪਤ ਹੋਇਆ ਹੈ। ਕੱਲ ਆਪਾਂ ਸਾਧ ਸੰਗਤ ਜੀ ਉਤਰਾਰਧ ਦਾ ਜਿਹੜਾ ਭਾਗ ਦੂਸਰਾ ਹੈ ਉਹਦੀ ਪ੍ਰਾਰੰਭਤਾ ਕਰਾਂਗੇ। ਆਓ ਐਸੇ ਗੁਰੂ ਤੋਂ ਬਲ ਜਾਈਏ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੀ ਕਿਰਪਾ ਦੇ ਸਦਕਾ ਇਹ ਉਤਰਾਰਧ ਦਾ ਜਿਹੜਾ ਪਹਿਲਾ ਭਾਗ ਉਹ ਸਮਾਪਤ ਕਰਵਾਇਆ ਹੈ। ਕੱਲ ਸਾਧ ਸੰਗਤ ਜੀ ਆਪਾਂ ਦੂਸਰਾ ਜਿਹੜਾ ਭਾਗ ਉਹਦੀ ਪ੍ਰਾਰੰਭਤਾ ਕਰਾਂਗੇ। ਆਓ ਆਪਾਂ ਬਚਨ ਪੜ੍ਹੀਏ। ਬਲਹਾਰੀ ਗੁਰ ਆਪਣੇ, ਬਲਹਾਰੀ ਗੁਰ ਆਪਣੇ, ਬਲਹਾਰੀ ਗੁਰ ਆਪਣੇ, ਬਲਹਾਰੀ ਗੁਰ ਆਪਣੇ। ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ। जिन मानस ते देवत किए, जिन मानस ते देवत किए, इस मानस ते देवत किए, न मानस ते देवत किए।
करत न लागी वार, करत न लागी वार। करत न लागी वार, करत न लागी वार। करत न लागी वार, करत न लागी वार। जिन मानस ते देवत किए, जिन मानस ते देवत किए। करत न लागी वार, करत न लागी वार। बलिहारी गुर आपणे, बलिहारी गुर आपणे। बलिहारी गुर आपणे, बलिहारी गुर आपणे। बलिहारी गुर आपणे, बलिहारी गुर आपणे। दिवाड़ी साधवार, दिवाड़ी साधवार। दिवाड़ी साधवार, दिवाड़ी साधवार। बलिहारी गुर आपणे, बलिहारी गुर आपणे। बलिहारी गुर आपणे। वाहिगुरु जी का खालसा, वाहिगुरु जी की फतेह।